ਡੀਅਰ ਸਟੂਡੈਂਟਸ, ਬੇਸਿਕਸ ਆਫ ਮੈਨੇਜਮੈਂਟ ਜੋ ਕਿ 6 ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦੇ ਵਿੱਚ ਆਪਾਂ ਪਿਛਲੇ ਕੁਝ ਲੈਕਚਰਸ ਦੇ ਵਿੱਚ ਮੈਨੇਜਮੈਂਟ ਸਕੋਪ ਇਨ ਡਿਫਰੈਂਟ ਏਰੀਆਜ਼ ਆਪਾਂ ਡਿਸਕਸ ਕਰ ਰਹੇ ਹਾਂ। ਆਪਾਂ ਲਾਸਟ ਲੈਕਚਰ ਦੇ ਵਿੱਚ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਬਾਰੇ ਵਿੱਚ ਉਸ ਦਾ ਸਕੋਪ, ਉਸ ਦੇ ਫੰਕਸ਼ਨ, ਉਸ ਦੇ ਐਡਵਾਂਟੇਜ ਇਹਨਾਂ ਬਾਰੇ ਡਿਸਕਸ ਕੀਤਾ ਸੀ। ਅੱਜ ਆਪਾਂ ਉਸ ਤੋਂ ਅੱਗੇ ਵੱਖ-ਵੱਖ ਤਰ੍ਹਾਂ ਦੇ ਟੈਕਸਿਸ ਬਾਰੇ ਡਿਸਕਸ ਕਰਨਾ ਹੈ। ਜੋ ਅਲੱਗ-ਅਲੱਗ ਤਰ੍ਹਾਂ ਦੇ ਟੈਕਸ ਜਿਹੜੇ ਨੇ ਜਾਂ ਪ੍ਰੋਵੀਡੈਂਟ ਫੰਡ ਹੈ, ਉਹ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਅੰਡਰ ਆਉਂਦੇ ਨੇ, ਕਿਉਂਕਿ ਸਰਕਾਰ ਜੋ ਹੈ ਕਾਫੀ ਸਾਰੇ ਟੈਕਸ ਜਿਹੜੇ ਨੇ ਉਹ ਲੈਂਦੀ ਹੈ ਅਤੇ ਹਰੇਕ ਕੰਪਨੀ ਨੂੰ, ਹਰੇਕ ਇੰਪਲਾਈ ਨੂੰ, ਹਰ ਤਰ੍ਹਾਂ ਦੇ ਜਿਹੜੇ ਸਾਡੇ ਸਿਟੀਜ਼ਨ ਹੈ ਉਹਨਾਂ ਨੂੰ ਇਹ ਟੈਕਸ ਦੇਣੇ ਪੈਂਦੇ ਹੈ। ਇਹਨਾਂ ਦੇ ਵਿੱਚ ਇਨਕਮ ਟੈਕਸ, ਸੇਲਸ ਟੈਕਸ, ਐਕਸਾਈਜ਼ ਡਿਊਟੀ, ਕਸਟਮ ਡਿਊਟੀ, ਹੁਣ ਕਈ ਸਾਰੇ ਟੈਕਸਾਂ ਨੂੰ ਜਿਹੜੇ ਪਹਿਲਾਂ ਚੱਲਦੇ ਸੀ, ਸੇਲ ਟੈਕਸ, ਵੈਟ, ਐਕਸਾਈਜ਼, ਉਹਨਾਂ ਨੂੰ ਮਿਲਾ ਕੇ GST ਬਣਾ ਦਿੱਤਾ ਗਿਆ। ਗੁੱਡਸ ਐਂਡ ਸਰਵਿਸਿਜ਼ ਟੈਕਸ, ਪ੍ਰੋਵੀਡੈਂਟ ਫੰਡ ਜੋ ਕਿ ਇੰਪਲਾਈ ਦਾ ਇੱਕ ਫੰਡ ਕੱਟਿਆ ਜਾਂਦਾ ਹੈ, ਸਰਕਾਰੀ ਅਦਾਰੇ ਦੇ ਵਿੱਚ ਰੱਖਿਆ ਜਾਂਦਾ ਹੈ। ਸੋ ਇਹਨਾਂ ਸਾਰੇ ਜਿਹੜੇ ਇਹਨਾਂ ਦੇ ਬਾਰੇ ਵਿੱਚ ਅੱਜ ਆਪਾਂ ਡਿਸਕਸ ਕਰਨਾ ਸ਼ੁਰੂ ਕਰਾਂਗੇ। ਅੱਜ ਆਪਾਂ ਡਿਸਕਸ ਕਰਾਂਗੇ ਇਨਕਮ ਟੈਕਸ ਦੇ ਬਾਰੇ ਦੇ ਵਿੱਚ। ਇਨਕਮ ਟੈਕਸ ਜੋ ਹੈ ਇੰਡੀਆ ਦੇ ਵਿੱਚ ਬ੍ਰਿਟਿਸ਼ ਰੂਲ ਦੇ ਵਿੱਚ 1860 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ। 5 ਸਾਲ ਦੇ ਲਈ ਇਹ ਲਾਗੂ ਹੋਇਆ ਸੀ। ਇਸ ਤੋਂ ਬਾਅਦ ਐਕਟ 2 ਇਨਕਮ ਟੈਕਸ ਦਾ 1886 ਦੇ ਵਿੱਚ ਰਿਵਾਈਜ਼ ਕੀਤਾ ਗਿਆ। ਫਿਰ ਐਂਟਾਇਰ ਟੈਕਸ ਲਾਜ਼ ਜਿਹੜੇ ਨੇ ਉਹਨਾਂ ਨੂੰ ਰੀਕਾਸਟਿੰਗ ਕੀਤੀ ਗਈ। 1918 ਦੇ ਵਿੱਚ ਨਵਾਂ ਰੂਲ ਬਣਾਇਆ ਗਿਆ, ਸਾਰੇ ਰੂਲ ਦਾ ਇੱਕ ਰੂਲ ਬਣਾਇਆ ਗਿਆ। 1922 ਦੇ ਵਿੱਚ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਬਣਾ ਕੇ ਇਨਕਮ ਟੈਕਸ ਐਕਟ 1922 ਬਣਾਇਆ ਗਿਆ। ਅਤੇ ਹੁਣ ਜਿਹੜਾ ਆਜ਼ਾਦ ਭਾਰਤ ਦੇ ਵਿੱਚ ਇਨਕਮ ਟੈਕਸ ਐਕਟ 1961 ਜਿਹੜਾ ਚੱਲ ਰਿਹਾ ਹੈ, ਜੋ ਕਿ ਸਮੇਂ-ਸਮੇਂ ਸਿਰ ਉਸ ਦੇ ਵਿੱਚ ਚੇਂਜ ਜਿਹੜੀ ਹੈਗੀ ਹੈ ਗੌਰਮੈਂਟ ਵੱਲੋਂ ਲੈ ਆਂਦੀ ਜਾਂਦੀ ਹੈ। ਇਨਕਮ ਟੈਕਸ ਐਕਟ 1961 ਜੋ ਹੈ ਉਹ ਰੂਲ ਜਿਹੜੇ ਨੇ ਅੱਜ ਕੱਲ੍ਹ ਸਾਰਿਆਂ ਦੇ ਉੱਪਰ ਲਾਗੂ ਨੇ। ਡਿਡਕਸ਼ਨ ਆਫ ਇਨਕਮ ਟੈਕਸ ਕਿਵੇਂ ਕੱਟਿਆ ਜਾਂਦਾ ਅਤੇ ਕਿਸ ਦਾ ਕੱਟਿਆ ਜਾਂਦਾ ਹੈ। ਐਨੀ ਸਿਟੀਜ਼ਨ ਹੂ ਹੈਜ਼ ਇਨਕਮ ਅਬਵ ਏ ਸਰਟਨ ਲਿਮਿਟ ਇਜ਼ ਕਾਲਡ ਐਜ਼ ਇਨਕਮ ਟੈਕਸ ਅਸੈਸੀ। ਇੱਕ ਪਰਸਨ ਹੈ ਜਿਸ ਦੀ ਆਮਦਨ ਜਿਹੜੀ ਸਾਲ ਦੀ ਹੈ, ਇੱਕ ਸਰਟਨ ਲਿਮਿਟ ਹੈ, ਅੱਜ ਕੱਲ੍ਹ 2.5 ਲੱਖ ਰੁਪਏ ਸਾਲ ਦੀ ਆਮਦਨ ਹੈ। ਜੇਕਰ ਕਿਸੇ ਦੀ ਆਮਦਨ 2.5 ਲੱਖ ਰੁਪਏ ਸਾਲ ਮਤਲਬ 20-21 ਹਜ਼ਾਰ ਰੁਪਏ ਮਹੀਨੇ ਤੋਂ ਜ਼ਿਆਦਾ ਹੈ, ਤਾਂ ਉਸ ਨੂੰ ਇਨਕਮ ਟੈਕਸ ਅਸੈਸੀ ਕਿਹਾ ਜਾਂਦਾ ਹੈ ਕਿ ਇਸ ਨੂੰ ਇਨਕਮ ਟੈਕਸ ਭਰਨਾ, ਇਸ ਤੋਂ ਲੈਣਾ ਚਾਹੀਦਾ, ਗੌਰਮੈਂਟ ਵੱਲੋਂ ਇਹ ਸੋਚਿਆ ਜਾਂਦਾ ਹੈ। ਇਨਕਮ ਟੈਕਸ ਇਜ਼ ਕਲੈਕਟਡ ਔਨ ਦਾ ਰੇਟਸ ਡਿਸਾਈਡਡ ਬਾਏ ਮਿਨਿਸਟਰੀ ਆਫ ਫਾਈਨਾਂਸ, ਜੋ ਭਾਰਤ ਸਰਕਾਰ ਦੀ ਵਿੱਤ ਵਿਭਾਗ ਹੈ, ਵਿੱਤ ਮੰਤਰਾਲਾ ਹੈ, ਮਿਨਿਸਟਰੀ ਆਫ ਫਾਈਨਾਂਸ ਹੈ। ਉਹ ਰੇਟ ਡਿਸਾਈਡ ਕਰਦੀ ਹੈ ਹਰ ਸਾਲ ਬਜਟ ਦੇ ਵਿੱਚ ਕਿ ਕਿਸ ਤੋਂ ਕਿੰਨਾ ਟੈਕਸ ਲਿਆ ਜਾਣਾ। ਇਹ ਟੈਕਸ ਘਟਾਉਣ ਤੋਂ ਬਾਅਦ ਜੋ ਇੱਕ ਰਿਟਰਨ ਹੁੰਦੀ ਹੈ, ਜਿਸ ਨੂੰ ਆਪਾਂ ਬੋਲਦੇ ਹਾਂ ਇਨਕਮ ਟੈਕਸ ਰਿਟਰਨ, ਤੁਸੀਂ ਆਮ ਤੌਰ 'ਤੇ ਸੁਣਿਆ ਹੋਣਾ, ਜ਼ਿਆਦਾਤਰ ਕੰਪਨੀਜ਼ ਵੱਲੋਂ ਵੀ ਕਿਹਾ ਜਾਂਦਾ ਹੈ, ਅਖਬਾਰ ਦੇ ਵਿੱਚ ਇਸ਼ਤਿਹਾਰ ਵੀ ਆਉਂਦੇ ਕਿ ਆਪਣੀ ਰਿਟਰਨ ਸਮੇਂ ਸਿਰ ਜਮ੍ਹਾਂ ਕਰਾਓ। ਰਿਟਰਨ ਹੈ ਕਿ ਤੁਸੀਂ ਜਿਹੜਾ ਲੇਖਾ ਜੋਖਾ ਹੁੰਦਾ ਹੈ ਕਿ ਸਾਲ ਦੇ ਵਿੱਚ ਕਿੰਨੀ ਆਮਦਨ ਹੋਈ, ਕਿੰਨੀ ਮੈਂ ਉਸ ਦੇ ਵਿੱਚ ਛੋਟ ਲੈਣੀ ਹੈ, ਕਿੰਨਾ ਮੈਂ ਉਸ ਦੇ ਵਿੱਚ ਆਪਣੀ ਕੋਈ ਰਿਬੇਟ ਮੈਨੂੰ ਮਿਲਣੀ ਹੈ, ਅਤੇ ਕਿੰਨਾ ਟੈਕਸ ਮੈਂ ਜਮ੍ਹਾਂ ਕਰਵਾਤਾ। ਤਾਂ ਇਹ ਸਾਰੀ ਇਸ ਨੂੰ ਬੋਲਦੇ ਆ ਇਨਕਮ ਟੈਕਸ ਰਿਟਰਨ। ਇੱਕ ਡਾਕੂਮੈਂਟਸ ਹੁੰਦਾ, ਉਸ ਨੂੰ ਰਿਕਾਰਡ ਦੇ ਵਿੱਚ ਭੇਜਿਆ ਜਾਂਦਾ, ਜੋ ਕਿ ਪ੍ਰੋਸੈਸ ਕਰਕੇ ਡਿਪਾਰਟਮੈਂਟ ਚੈੱਕ ਕਰਦਾ ਹੈ ਕਿ ਇਸ ਨੇ ਜੋ ਆਪਣਾ ਇਨਕਮ ਟੈਕਸ ਠੀਕ ਕੈਲਕੂਲੇਟ ਕੀਤਾ ਅਤੇ ਠੀਕ ਜਮ੍ਹਾਂ ਕਰਾਇਆ ਜਾਂ ਨਹੀਂ ਕਰਾਇਆ। ਇਨਕਮ ਟੈਕਸ ਕੱਟਣ ਦੇ ਤਰੀਕੇ 3 ਤਰੀਕੇ ਜ਼ਿਆਦਾਤਰ ਚੱਲਦੇ ਨੇ। TDS, ਟੈਕਸ ਡਿਡਕਟਿਡ ਐਟ ਸੋਰਸ, ਜਿਵੇਂ ਕੋਈ ਸੈਲਰਾਈਜ਼ਡ ਇੰਪਲਾਈ ਹੈ ਜਿਸ ਨੂੰ ਤਨਖਾਹ ਦਿੱਤੀ ਜਾਂਦੀ, ਅਤੇ ਜਿਹੜਾ ਤਨਖਾਹ ਦੇਣ ਵਾਲਾ ਉਸ ਦਾ ਜਿਹੜਾ ਇੰਪਲਾਇਰ ਹੈ, ਉਸ ਨੇ ਉਹਨੂੰ ਤਨਖਾਹ ਦੇ ਵਿੱਚੋਂ ਹੀ ਹਰ ਮਹੀਨੇ ਅੰਦਾਜ਼ਾ ਲਗਾ ਕੇ ਸਾਲ ਦੇ ਵਿੱਚ ਇੰਨਾ ਟੈਕਸ ਬਣਨਾ, ਉਹਨੂੰ 12 ਹਿੱਸਿਆਂ ਦੇ ਵਿੱਚ ਤਕਰੀਬਨ ਬਰਾਬਰ ਹਿੱਸਿਆਂ ਦੇ ਵਿੱਚ ਵੰਡ ਕੇ ਉਸ ਦਾ ਹਰ ਮਹੀਨੇ ਟੈਕਸ ਕੱਟ ਕੇ ਸਰਕਾਰ ਨੂੰ ਜਮ੍ਹਾਂ ਕਰਾਉਣਾ ਹੁੰਦਾ ਉਸਨੇ। ਦੂਸਰਾ ਟੈਕਸ ਕਲੈਕਟਿਡ ਐਟ ਸੋਰਸ, ਕਈ ਵਾਰੀ ਕਿਸੇ ਹੋਰ ਥਾਂ 'ਤੇ ਆਮਦਨ ਹੁੰਦੀ ਹੈ ਜਿਹੜੀ ਕਿ ਕਦੀ ਕਦਾਈ ਆਮਦਨ ਹੋਣ ਵਾਲੀ ਹੈ, ਕੋਈ ਚੀਜ਼ ਵੇਚੀ ਖਰੀਦੀ, ਤਾਂ ਉਸ ਦੇ ਸਮੇਂ ਵੀ ਜਿਸ ਨੇ ਜਿਹੜਾ ਪੈਸਾ ਦਿੱਤਾ ਹੈ ਕਿਸੇ ਨੇ, ਇੱਕ ਬੰਦੇ ਨੂੰ ਜਿਸ ਨੂੰ ਆਮਦਨ ਹੋਈ ਹੈ, ਤਾਂ ਉਸ ਦਾ ਟੈਕਸ ਲੈ ਕੇ ਅਤੇ ਸਰਕਾਰ ਨੂੰ ਜਮ੍ਹਾਂ ਕਰਾਉਣਾ, ਇਸ ਨੂੰ TCS ਕਹਿੰਦੇ ਆ, ਟੈਕਸ ਕਲੈਕਟਿਡ ਐਟ ਸੋਰਸ। ਇਹ ਕਿਉਂਕਿ ਰੈਗੂਲਰ ਫੀਚਰ ਨਹੀਂ ਹੈ, ਕਦੇ ਕਦਾਈ ਹੋਣ ਵਾਲਾ ਹੈ, ਇਸ ਲਈ ਇਹ ਟੈਕਸ ਕਲੈਕਟਿਡ ਐਟ ਸੋਰਸ ਇਸ ਨੂੰ ਕਿਹਾ ਜਾਂਦਾ ਹੈ। ਇੱਕ ਐਡਵਾਂਸ ਟੈਕਸ ਹੈ, ਜੇਕਰ ਕੋਈ ਪਰਸਨ ਹੈ ਉਸ ਦਾ ਟੈਕਸ ਨਾ ਤਾਂ ਡਿਡਕਟ ਹੋਣ ਦਾ ਕੋਈ ਜਗ੍ਹਾ ਹੁੰਦੀ ਹੈ, ਨਾ ਕਲੈਕਟ ਹੋਣ ਦੀ ਜਗ੍ਹਾ ਹੁੰਦੀ ਹੈ, ਅਤੇ ਉਹ ਆਪਣੇ ਆਪ ਅੰਦਾਜ਼ਾ ਲਾ ਕੇ ਕਿ ਮੇਰੀ ਇੰਨੀ ਆਮਦਨ ਹੋਣੀ ਹੈ, ਮੈਨੂੰ ਅੰਦਾਜ਼ਾ ਹੈ, ਤਾਂ ਉਹ ਐਡਵਾਂਸ ਟੈਕਸ ਵੀ ਹੈ ਉਹ ਜਮ੍ਹਾਂ ਕਰਵਾ ਸਕਦਾ ਹੈ ਗੌਰਮੈਂਟ ਨੂੰ।
ਟੈਕਸੇਬਲ ਇਨਕਮ ਕਿਹੜੀ ਇਨਕਮ ਤੇ ਟੈਕਸ ਲੱਗਦਾ ਹੈ? ਹਾਊਸ ਪ੍ਰੋਪਰਟੀ ਤੋਂ ਕੋਈ ਇਨਕਮ ਹੋਏ, ਕੋਈ ਅਸੀਂ ਘਰ ਕਿਰਾਏ ਤੇ ਦਿੱਤਾ ਹੈ, ਕੋਈ ਜਗ੍ਹਾ ਇਹੋ ਜਿਹੀ ਕਿਰਾਏ ਤੇ ਦਿੱਤੀ ਹੈ ਜਿਸ ਦੇ ਵਿੱਚੋਂ ਆਮਦਨ ਹੋ ਰਹੀ ਹੈ, ਤਾਂ ਉਹ ਇਨਕਮ ਜਿਹੜੀ ਹੈ ਟੈਕਸੇਬਲ ਹੈ। ਇਨਕਮ ਫਰੋਮ ਸੈਲਰੀ ਇਜ਼ ਆਲਸੋ ਟੈਕਸੇਬਲ। ਇਨਕਮ ਫਰੋਮ ਐਨੀ ਬਿਜ਼ਨਸ ਔਰ ਪ੍ਰੋਫੈਸ਼ਨ, ਕੋਈ ਬਿਜ਼ਨਸ ਕਰਦੇ ਆ ਉਹਦੇ ਵਿੱਚੋਂ ਪ੍ਰੋਫਿਟ ਹੁੰਦਾ ਹੈ, ਇਸ ਤਰ੍ਹਾਂ ਦੀ ਆਮਦਨ ਹੈ, ਉਹ ਵੀ ਟੈਕਸੇਬਲ ਹੈ। ਕੈਪੀਟਲ ਗੇਨਸ, ਕੋਈ ਜਗ੍ਹਾ ਅਸੀਂ ਖਰੀਦੀ ਫਿਰ ਵੇਚ ਦਿੱਤੀ, ਇਸ ਦੇ ਵਿੱਚ ਪ੍ਰੋਫਿਟ ਹੋਇਆ। ਕੋਈ ਸ਼ੇਅਰ ਖਰੀਦੇ ਵੇਚ ਦਿੱਤੇ, ਉਹਦੇ ਵਿੱਚ ਪ੍ਰੋਫਿਟ ਹੋਇਆ, ਇਹ ਇਨਕਮ ਵੀ ਟੈਕਸੇਬਲ ਹੈ। ਕੋਈ ਹੋਰ ਸੋਰਸਿਸ ਵੀ ਕਈ ਤਰ੍ਹਾਂ ਦੇ ਨੇ ਜਿੱਥੋਂ ਕੋਈ ਆਮਦਨ ਹੁੰਦੀ ਹੈ, ਉਹ ਸਾਰਿਆਂ ਦੇ ਉੱਪਰ ਟੈਕਸ ਜਿਹੜਾ ਇਨਕਮ ਟੈਕਸ ਹੈ ਉਹ ਗੌਰਮੈਂਟ ਨੂੰ ਦੇਣਾ ਜ਼ਰੂਰੀ ਹੁੰਦਾ ਹੈ। ਇਨਕਮ ਆਫ ਸਪਾਊਸ ਇਜ਼ ਨਾਟ ਕਲੱਬਡ, ਮਤਲਬ ਪਤੀ ਪਤਨੀ ਦੀ ਆਮਦਨ ਜਿਹੜੀ ਹੈ ਇੱਕ ਦੂਸਰੇ ਦੇ ਵਿੱਚ ਨਹੀਂ ਕਲੱਬ ਕੀਤੀ ਜਾਂਦੀ, ਦੋਨਾਂ ਨੂੰ ਅਲੱਗ-ਅਲੱਗ ਸੈਪਰੇਟ ਮੰਨ ਕੇ ਉਹਨਾਂ ਦਾ ਟੈਕਸ ਜਿਹੜਾ ਉਹ ਸਰਕਾਰ ਵੱਲੋਂ ਕੱਟਿਆ ਜਾਂਦਾ ਹੈ। ਹੁਣ ਇਹ ਸਾਰੇ ਟੈਕਸ ਕਿਉਂ ਲਏ ਜਾਂਦੇ ਨੇ? ਇਹ ਟੈਕਸ ਇਕੱਠੇ ਕਰਕੇ ਹੀ ਸਰਕਾਰ ਨੇ ਜੋ ਡਿਵੈਲਪਮੈਂਟ ਦੇ ਕੰਮ ਕਰਨੇ ਨੇ, ਮਿਲਟਰੀ 'ਤੇ ਖਰਚਾ ਹੋਣਾ, ਐਜੂਕੇਸ਼ਨ 'ਤੇ ਹੋਣਾ, ਹੈਲਥ 'ਤੇ ਹੋਣਾ, ਜਿਨ੍ਹਾਂ ਦੇ ਵਿੱਚ ਸਰਕਾਰ ਨੂੰ ਆਮਦਨ ਨਹੀਂ ਹੁੰਦੀ, ਸੜਕਾਂ ਬਣਨੀਆਂ, ਗਲੀਆਂ ਬਣਨੀਆਂ, ਪਾਣੀ ਜਿਹੜਾ ਹੈਗਾ ਸਾਨੂੰ ਪੀਣ ਯੋਗ ਪਹੁੰਚਦਾ, ਬਿਜਲੀ ਦਾ ਜੋ ਬਣਾਇਆ ਜਾਂਦਾ ਸਿਸਟਮ, ਹੋਰ ਜਿੰਨੇ ਵੀ ਡਿਵੈਲਪਮੈਂਟ ਵਰਕਸ ਹੈ ਉਹ ਇਹ ਟੈਕਸ ਹੀ ਇੱਕ ਆਮਦਨ ਹੁੰਦੀ ਹੈ। ਅਲੱਗ-ਅਲੱਗ ਟੈਕਸ ਹੈ, ਸਾਰੇ ਟੈਕਸਾਂ ਨੂੰ ਮਿਲਾ ਕੇ ਹੀ ਸਰਕਾਰ ਦਾ ਜੋ ਕੰਮ ਹੈ ਉਹ ਚਲਾਇਆ ਜਾਂਦਾ ਹੈ। ਅਤੇ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਵਿੱਚ ਜ਼ਰੂਰੀ ਹੈ ਕਿ ਸਾਨੂੰ ਸਾਰੇ ਟੈਕਸਾਂ ਦੇ ਬਾਰੇ ਥੋੜ੍ਹਾ ਬਰੀਫ ਪਤਾ ਹੋਵੇ। ਇਨਕਮ ਫਰੋਮ ਸੈਲਰੀ, ਸੈਲਰੀ ਦੇ ਵਿੱਚ ਬੇਸਿਕ ਸੈਲਰੀ, ਕੋਈ ਹੋਰ ਅਲਾਊਂਸ ਜਿਹੜੇ ਮਿਲਦੇ ਨੇ, ਡੀਏ ਹੋ ਗਿਆ, ਹਾਊਸ ਰੈਂਟ ਅਲਾਊਂਸ ਹੋ ਗਿਆ, ਮੈਡੀਕਲ ਅਲਾਊਂਸ ਹੋ ਗਿਆ, ਹੋਰ ਕੋਈ ਵੇਜਸ ਮਿਲਦੇ ਨੇ, ਕੋਈ ਲੀਵ ਇਨਕੈਸ਼ਮੈਂਟ ਹੁੰਦੀ ਹੈ, ਛੁੱਟੀਆਂ ਦੇ ਬਦਲੇ ਵਿੱਚ ਪੈਸਾ ਮਿਲਦਾ ਹੈ, ਕੋਈ ਗ੍ਰੈਚੁਟੀ ਮਿਲਦੀ ਹੈ, ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰੋਫਿਟ ਜਿਹੜਾ ਉਹ ਅਰਨਡ ਹੁੰਦਾ ਹੈ, ਕੋਈ ਸ਼ੇਅਰ ਮਿਲਦਾ ਹੈ EMPLOYE ਨੂੰ, ਉਹ ਸਾਰੇ ਨੂੰ ਇਨਕਮ ਫਰੋਮ ਸੈਲਰੀ ਮੰਨਿਆ ਜਾਂਦਾ ਅਤੇ ਉਹਦੇ ਉੱਪਰ ਟੈਕਸ ਜੋ ਹੈ ਇਨਕਮ ਟੈਕਸ ਹੈ ਉਹ ਗੌਰਮੈਂਟ ਨੂੰ ਦੇਣਾ ਹੁੰਦਾ। ਇਨਕਮ ਫਰੋਮ ਬਿਜ਼ਨਸ ਔਰ ਪ੍ਰੋਫੈਸ਼ਨ, ਕਿਸੇ ਬਿਜ਼ਨਸ ਤੋਂ ਕੋਈ ਪ੍ਰੋਫਿਟ ਹੋ ਗਿਆ, ਕੁਛ ਲਾਭ ਹੋ ਗਿਆ, ਪ੍ਰੋਫਿਟ ਐਂਡ ਗੇਨਸ ਫਰੋਮ ਐਨੀ ਬਿਜ਼ਨਸ, ਇਨਕਮ ਡਰਾਈਵਡ ਬਾਈ ਟ੍ਰੇਡ ਪ੍ਰੋਫੈਸ਼ਨਲ ਔਰ ਸਿਮਿਲਰ ਐਸੋਸੀਏਸ਼ਨ। ਕੋਈ ਬਿਜ਼ਨਸ ਨਹੀਂ ਕਰ ਰਿਹਾ, ਕੋਈ ਆਪਣਾ ਪ੍ਰੋਫੈਸ਼ਨਲ ਬੰਦਾ, ਕੋਈ CA ਹੈ, ਕੋਈ ਡਾਕਟਰ ਹੈ, ਕੋਈ ਆਰਕੀਟੈਕਟ ਹੈ, ਕੋਈ ਵਕੀਲ ਹੈ, ਉਸ ਤਰ੍ਹਾਂ ਦਾ ਕੋਈ ਉਹ ਜਿਹੜਾ ਹੈਗਾ ਪ੍ਰੋਫੈਸ਼ਨ ਜਾਂ ਕੋਈ ਹੋਰ ਸਿਮਿਲਰ ਐਸੋਸੀਏਸ਼ਨ ਦੇ ਰਾਹੀਂ ਜਿਹੜਾ ਹੈਗਾ ਉਸ ਨੂੰ ਇਹ ਆਮਦਨ ਹੋ ਰਹੀ ਹੈ, ਉਹ ਇਨਕਮ ਫਰੋਮ ਬਿਜ਼ਨਸ ਔਰ ਪ੍ਰੋਫੈਸ਼ਨ ਇਸ ਨੂੰ ਕਿਹਾ ਜਾਂਦਾ ਹੈ। ਪ੍ਰੋਫਿਟਸ ਔਨ ਐਕਸਪੋਰਟ ਔਰ ਇੰਪੋਰਟ, ਕੋਈ ਐਕਸਪੋਰਟ ਇੰਪੋਰਟ ਦਾ ਕੰਮ ਹੈ, ਉੱਥੋਂ ਕੋਈ ਪ੍ਰੋਫਿਟ ਹੋਇਆ। ਕਸਟਮ ਜਾਂ ਐਕਸਾਈਜ਼ ਤੋਂ ਕੋਈ ਡਿਊਟੀ ਰੀਪੇ ਵਾਪਸ ਹੋਈ, ਰਿਫੰਡ ਹੋਈ, ਐਨੀ ਇੰਟਰਸਟ, ਬੋਨਸ ਔਰ ਕਮਿਸ਼ਨ ਕੁਛ ਵੀ ਮਿਲਿਆ, ਇਹ ਸਾਰਾ ਜੋ ਹੈ ਇਨਕਮ ਫਰੋਮ ਬਿਜ਼ਨਸ ਔਰ ਪ੍ਰੋਫੈਸ਼ਨ ਹੈ। ਇਸ ਦੇ ਉੱਪਰ ਵੀ ਇਨਕਮ ਟੈਕਸ ਜਿਹੜਾ ਗੌਰਮੈਂਟ ਨੂੰ ਦੇਣਾ ਹੁੰਦਾ। ਇਨਕਮ ਫਰੋਮ ਕੈਪੀਟਲ ਐਸੈਟਸ, ਜੋ ਪ੍ਰੋਪਰਟੀ ਹੈ ਸਾਡੀ ਜਾਇਦਾਦ ਹੈ, ਚਾਹੇ ਉਹ ਮੂਵੇਬਲ ਹੈ ਚਾਹੇ ਇਮੂਵੇਬਲ ਹੈ, ਉਸ ਨੂੰ ਸੇਲ ਕਰਕੇ, ਐਕਸਚੇਂਜ ਕਰਕੇ, ਜਾਂ ਉਸ ਨੂੰ ਦੁਬਾਰਾ ਨਾਮ ਉੱਤੇ ਥੱਲੇ ਜਿਹੜਾ ਅਸੀਂ ਕਰਦੇ ਹਾਂ ਉਸ ਤਰ੍ਹਾਂ ਕਰਕੇ ਰੀਲਿਕੁਇਡੇਟ ਕਰ ਦਿੱਤਾ ਕਿਸੇ ਐਸੈਟ ਨੂੰ, ਉਹਦੇ ਤੋਂ ਜੇਕਰ ਕੋਈ ਪ੍ਰੋਫਿਟ ਹੁੰਦਾ ਹੈ, ਕੋਈ ਆਮਦਨ ਹੁੰਦੀ ਹੈ, ਉਹ ਇਨਕਮ ਫਰੋਮ ਕੈਪੀਟਲ ਐਸੈਟਸ ਕਿਹਾ ਜਾਂਦਾ ਹੈ। ਐਕਸਟਿੰਗੁਇਸ਼ਮੈਂਟ ਆਫ ਐਨੀ ਰਾਈਟਸ, ਕੋਈ ਕਿਸੇ ਦੇ ਨਾਮ ਪ੍ਰੋਪਰਟੀ ਲੱਗ ਜਾਂਦੀ ਹੈ। ਕਨਵਰਸ਼ਨ ਲਾਈਕ ਸਟਾਕ ਇਨ ਟ੍ਰੇਡ, ਕੋਈ ਟ੍ਰੇਡ ਦੇ ਵਿੱਚ ਕੋਈ ਸਟਾਕ ਜਿਹੜੇ ਸਾਡੇ ਕੋਲ ਪਏ ਨੇ ਉਸ ਦੀ ਕਨਵਰਸ਼ਨ ਕਰ ਲੈਣੀ ਹੈ। ਇਮੂਵੇਬਲ ਪ੍ਰੋਪਰਟੀ, ਕੋਈ ਜ਼ਮੀਨ ਹੈ, ਮਕਾਨ ਹੈ, ਉਸ ਦੀ ਜੋ ਪੋਜੈਸ਼ਨ ਲੈ ਲਿਆ ਜਾਂ ਵੇਚ ਦਿੱਤੀ ਜਾਂ ਖਰੀਦ ਲਈ, ਤਾਂ ਇਹ ਸਾਰੀਆਂ ਚੀਜ਼ਾਂ ਦੇ ਜਿੱਥੇ ਵੀ ਆਮਦਨ ਹੋਏ, ਜਿੱਥੇ ਸਾਡੇ ਐਸੈਟ ਵੱਧਦੇ ਨੇ, ਤਾਂ ਉਹਦੀ ਵੀ ਇੱਕ ਇਨਕਮ ਫਰੋਮ ਕੈਪੀਟਲ ਐਸੈਟ ਉਸ ਨੂੰ ਕਿਹਾ ਜਾਂਦਾ ਹੈ। ਇਹਦੇ ਉੱਪਰ ਵੀ ਨਿਰਧਾਰਿਤ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੁੰਦਾ ਹੈ। ਰੇਟਸ ਆਫ ਇਨਕਮ ਟੈਕਸ ਇਨ 2019-20, ਫਾਈਨੈਂਸ਼ੀਅਲ ਈਅਰ 2019-20, ਫਾਈਨੈਂਸ਼ੀਅਲ ਈਅਰ ਜਿਹੜਾ ਹੈਗਾ 1 ਅਪ੍ਰੈਲ ਤੋਂ ਸ਼ੁਰੂ ਹੁੰਦਾ, 31 ਮਾਰਚ ਅਗਲੇ ਸਾਲ ਖਤਮ ਹੁੰਦਾ। ਜਿਵੇਂ 19-20 ਦਾ ਜੋ ਈਅਰ ਜਦੋਂ ਅਸੀਂ ਕਹਾਂਗੇ ਫਾਈਨੈਂਸ਼ੀਅਲ ਈਅਰ, ਇਹ 1 ਅਪ੍ਰੈਲ 2019 ਤੋਂ ਸ਼ੁਰੂ ਹੋ ਕੇ 31 ਮਾਰਚ 2020 ਨੂੰ ਜੋ ਖਤਮ ਹੋਇਆ, ਉਹਦੇ ਵਿੱਚ ਜੋ ਰੇਟ ਸੀ ਇਨਕਮ ਟੈਕਸ ਦੇ, ਇਹ 2.5 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਸੀ। 2.5 ਲੱਖ ਤੋਂ 5 ਲੱਖ ਤੱਕ ਦੀ ਆਮਦਨ ਦੇ ਉੱਪਰ 5% ਇਨਕਮ ਟੈਕਸ ਹੈ। 5 ਲੱਖ ਤੋਂ 10 ਲੱਖ ਤੱਕ ਦੀ ਆਮਦਨ 'ਤੇ 20% ਇਨਕਮ ਟੈਕਸ ਹੈ, ਅਤੇ 10 ਲੱਖ ਤੋਂ ਉੱਪਰ ਦੀ ਆਮਦਨ 'ਤੇ ਜੋ ਹੈ ਉਹ 30% ਇਨਕਮ ਟੈਕਸ ਇਹ ਦੇਣਾ ਪੈਂਦਾ ਹੈ। ਅਤੇ ਉਸ ਤੋਂ ਬਾਅਦ ਜਿਵੇਂ ਹੁਣ ਮੰਨ ਲਓ 2.5 ਲੱਖ ਤੱਕ ਆਮਦਨ ਹੈ, ਕੋਈ ਟੈਕਸ ਨਹੀਂ। ਅਗਰ 5 ਲੱਖ ਆਮਦਨ ਹੈ, ਉਹਦੇ ਵਿੱਚੋਂ 2.5 ਲੱਖ ਨਿਕਲ ਜਾਏਗਾ, 2.5 ਤੋਂ 5 ਦਾ 5%, ਮਤਲਬ 12,500 ਰੁਪਏ ਟੈਕਸ ਉੱਥੇ ਬਣਦਾ ਹੈ। ਜਿਹੜਾ 5 ਲੱਖ ਤੋਂ 10 ਲੱਖ ਤੱਕ ਉੱਥੇ 20% ਹੈ, ਮਤਲਬ 5 ਲੱਖ ਤੋਂ 10 ਲੱਖ, ਜੇ ਕਿਸੇ ਦੀ ਆਮਦਨ 10 ਲੱਖ ਹੈ ਤਾਂ ਉਸ ਦਾ ਟੈਕਸ 1,12,500 ਰੁਪਏ ਬਣੇਗਾ।
ਜਿਹੜਾ 10 ਲੱਖ ਤੋਂ ਉੱਪਰ ਦੀ ਜਿੰਨੀ ਆਮਦਨ ਹੋਏਗੀ ਉਸ ਦੇ 30%, ਮਤਲਬ ਜੇ 11 ਲੱਖ ਆਮਦਨ ਹੈ, ਇਹ ਪਹਿਲਾਂ 10 ਲੱਖ ਤੱਕ ਦਾ ਟੈਕਸ ਤਾਂ ਆਪਾਂ ਗਿਣ ਲਿਆ ਹੋਇਆ 1,12,500, ਉੱਪਰਲੇ 1 ਲੱਖ ਦਾ 30,000 ਹੋਰ, ਤਾਂ 1,42,500 ਰੁਪਇਆ ਜਿਸ ਉਸ ਨੂੰ ਦੇਣਾ ਬਣੇਗਾ ਸਾਲ ਦੇ ਵਿੱਚ, ਜਿਸ ਦੀ ਸਾਲ ਦੀ ਆਮਦਨ 11 ਲੱਖ ਹੈ। ਮਤਲਬ ਜੇਕਰ ਕਿਸੇ ਦੀ 12 ਲੱਖ ਆਮਦਨ ਹੈ, 30,000 ਹੋਰ ਐਡ ਕਰ ਸਕਦੇ ਹਾਂ, ਇਹ ਬਣ ਜਾਏਗਾ 1,72,500 ਰੁਪਇਆ। ਮਤਲਬ ਜਿਵੇਂ ਕਿਸੇ ਦੀ 1 ਲੱਖ ਰੁਪਏ ਮਹੀਨੇ ਦੀ ਆਮਦਨ ਹੈ ਤਾਂ 1,72,500 ਬਟੇ 12 ਕੀਤਾ ਜਾਏ ਤਾਂ ਇੰਨਾ ਇਸ ਨੂੰ ਹਰ ਮਹੀਨੇ ਟੈਕਸ ਵੀ ਉਸਦਾ TDS ਜਿਹੜਾ ਹੈਗਾ ਉਹ ਐਮਪਲਾਈ ਜਿਹੜਾ ਉਸਦਾ ਬੌਸ ਹੈ, ਜੋ ਉਸਦਾ ਐਮਪਲਾਇਰ ਹੈ, ਉਸਨੇ ਜ਼ਰੂਰ ਕੱਟ ਕੇ ਸਰਕਾਰ ਨੂੰ ਜਮ੍ਹਾਂ ਕਰਾਉਣਾ ਹੈ। ਇਹ ਇੱਕ ਕੰਡੀਸ਼ਨ ਹੈ ਸਰਕਾਰ ਦੀ। ਸੋ ਇਸ ਟੈਕਸ ਦੇ ਉੱਪਰ ਜਿੰਨਾ ਟੈਕਸ ਬਣੇਗਾ, ਜਿੰਨਾ ਆਪਾਂ ਗਿਣਿਆ, ਜਿਹੜਾ 1,72,000 ਗਿਣ ਲਿਆ ਸੀਗਾ, ਉਸ ਦੇ ਉੱਪਰ ਇੱਕ ਐਜੂਕੇਸ਼ਨ ਸੈਸ ਵੀ ਜਿਹੜਾ ਹੈਗਾ ਹੁਣ ਸਾਲ ਸਰਕਾਰ ਵੱਲੋਂ ਲਿਆ ਜਾਂਦਾ ਹੈ ਟੈਕਸ ਦੇ ਉੱਪਰ 4% ਐਜੂਕੇਸ਼ਨ ਸੈਸ, ਜੋ ਕਿ ਸਿਰਫ ਐਜੂਕੇਸ਼ਨ ਪਰਪਸ 'ਤੇ ਉਹ ਸਰਕਾਰ ਨੇ ਯੂਜ਼ ਕਰਨਾ ਹੈ। ਦੇ ਸਲੈਬਸ, ਜਿਹੜੀਆਂ ਸਲੈਬਸ ਹੈਗੀਆਂ 2.5 ਲੱਖ ਤੋਂ 2.5 ਤੋਂ 5, 5 ਤੋਂ 10 ਵਗੈਰਾ, ਇਹ ਦੀਜ਼ ਆਰ ਚੇਂਜ ਫਰੋਮ ਟਾਈਮ ਟੂ ਟਾਈਮ ਬਾਈ ਗੌਰਮੈਂਟ ਆਫ ਇੰਡੀਆ। ਰੇਟਸ ਵੀ ਚੇਂਜ ਹੁੰਦੇ ਰਹਿੰਦੇ ਆ ਅਤੇ ਸਲੈਬਸ ਵੀ ਚੇਂਜ ਹੁੰਦੀਆਂ ਰਹਿੰਦੀਆਂ ਟਾਈਮ ਟੂ ਟਾਈਮ। ਸਰਕਾਰ ਵੱਲੋਂ ਗੌਰਮੈਂਟ ਮਿਨਿਸਟਰੀ ਆਫ ਫਾਈਨਾਂਸ ਹਰ ਸਾਲ ਬਜਟ ਦੇ ਵਿੱਚ ਇਹਨਾਂ ਨੂੰ ਦੇਖਦੀ ਹੈ ਅਤੇ ਰਿਵਾਈਜ਼ ਕਰਦੀ ਰਹਿੰਦੀ ਹੈ। ਡਿਡਕਸ਼ਨਸ ਐਂਡ ਰਿਬੇਟਸ, ਕੁਛ ਆਮਦਨ ਜਿਹੜੀ ਹੈ ਉਹ ਇਨਕਮ ਟੈਕਸ ਪਰਪਸ ਦੇ ਵਿੱਚੋਂ ਡਿਡਕਟ ਲੈਸ ਕਰ ਦਿੱਤੀ ਜਾਂਦੀ, ਜਿਸ ਨੂੰ ਰਿਬੇਟ ਕਹਿੰਦੇ ਆ, ਛੋਟ ਕਹਿ ਦਿੱਤਾ ਜਾਂਦਾ ਹੈ। ਸਮ ਰਿਬੇਟਸ ਆਰ ਅਲਾਉਡ ਫॉर द ਮਨੀ ਇਨਵੈਸਟਡ ਇਨ ਸਰਟਨ ਸਕੀਮਸ ਫॉर ਸਰਟਨ ਐਕਸਪੈਂਡੀਚਰਸ ਡਨ ਇਨ ਈਅਰ ਅੰਡਰ ਸੈਕਸ਼ਨ 6 ਆਫ ਇਨਕਮ ਟੈਕਸ। ਕੁਛ ਰਿਬੇਟ ਜਿਹੜੀਆਂ ਹੈਗੀਆਂ, ਜੇਕਰ ਅਸੀਂ ਕੁਛ ਸਕੀਮਸ ਹੈਗੀਆਂ ਸਰਕਾਰ ਦੀਆਂ, ਉਹਨਾਂ ਦੇ ਵਿੱਚ ਪੈਸਾ ਕੋਈ ਇਨਵੈਸਟ ਕਰਦਾ ਹੈ ਤਾਂ ਉਹਨਾਂ ਸਕੀਮਸ ਦੇ ਵਿੱਚੋਂ ਵੀ ਜਿਹੜਾ ਹੈਗਾ ਜਿੰਨਾ ਪੈਸਾ ਇਨਵੈਸਟ ਕੀਤਾ ਜਾਂਦਾ ਉਹਦੇ ਬਦਲੇ ਦੇ ਵਿੱਚ ਰਿਬੇਟ ਜਾਂ ਡਿਡਕਸ਼ਨ ਕੀਤੀ ਜਾਂਦੀ ਹੈ। ਕੁਛ ਸਟੈਂਡਰਡ ਡਿਡਕਸ਼ਨਸ ਹੈਗੀਆਂ ਉਹ ਕੀਤੀਆਂ ਜਾਂਦੀਆਂ। ਕਈ ਬਿਜ਼ਨਸਮੈਨ ਨੇ, ਉਹਨਾਂ ਨੂੰ ਕੁਛ ਛੋਟਾਂ ਦਿੱਤੀਆਂ ਜਾਂਦੀਆਂ ਕਿ ਉਹਨਾਂ ਨੇ ਇੰਨਾ ਖਰਚਾ ਇੱਥੇ ਕੀਤਾ, ਇੰਨਾ ਖਰਚਾ ਇੱਥੇ ਕੀਤਾ, ਉਹਦੇ ਪ੍ਰੋਫਿਟ ਦੇ ਵਿੱਚੋਂ ਪ੍ਰੋਫਿਟ ਕੈਲਕੂਲੇਟ ਕਰਨ ਵੇਲੇ ਹੀ ਉਹ ਛੋਟ ਜਿਹੜੀ ਹੈ ਟੈਕਸ ਲਈ ਉਸ ਦੀ ਮੰਨ ਲਈ ਜਾਂਦੀ ਹੈ ਕਿ ਉਨੀ ਉਸ ਨੂੰ ਪੈਸਾ ਜਿਹੜਾ ਹੈਗਾ ਉਹਨੇ 'ਤੇ ਉਹਨੂੰ ਟੈਕਸ ਨਹੀਂ ਦੇਣਾ ਪੈਂਦਾ। ਅੰਡਰ ਸੈਕਸ਼ਨ 80C ਹੈ, ਚੈਪਟਰ 6 ਆਫ ਇਨਕਮ ਟੈਕਸ ਹੈ, ਉਸ ਦੇ ਵਿੱਚ ਜਿਹੜੇ ਪ੍ਰੋਵੀਡੈਂਟ ਫੰਡ ਦੇ ਵਿੱਚ ਪੈਸਾ ਜੇਕਰ ਇਨਵੈਸਟ ਕਰਦੇ ਹਾਂ, ਲਾਈਫ ਇੰਸ਼ੋਰੈਂਸ ਦੇ ਵਿੱਚ ਕੋਈ ਪੈਸਾ ਕਰਦੇ ਹਾਂ, ਸਮਾਲ ਸੇਵਿੰਗ ਦੇ ਵਿੱਚ ਪੈਸਾ ਲਾਉਂਦੇ ਹਾਂ, ਜਿਹਦੇ ਵਿੱਚ PPF ਆ ਗਿਆ, ਕੋਈ ਇੱਕ ਜਿਹੜੇ NSC ਨੈਸ਼ਨਲ ਸੇਵਿੰਗ ਸਰਟੀਫਿਕੇਟਸ ਹੈ, ਪੋਸਟ ਆਫਿਸ ਅਕਾਊਂਟ ਦੇ ਵਿੱਚ ਕੋਈ ਇੱਕ ਸਪੈਸ਼ਲ ਅਕਾਊਂਟ ਹੈ ਇਨਕਮ ਟੈਕਸ ਸੇਵੀ, ਸੀਨੀਅਰ ਸਿਟੀਜ਼ਨ ਦੀ ਸਕੀਮ ਹੈ, ਮਿਊਚੁਅਲ ਫੰਡ ਹੈ, ਇਹਨਾਂ ਦੇ ਵਿੱਚ ਜਦੋਂ ਅਸੀਂ ਕੋਈ ਪੈਸਾ ਇਨਵੈਸਟ ਕਰਦੇ ਹਾਂ ਤਾਂ ਉਹ ਪੈਸਾ ਜੋ ਹੈ ਇੱਕ ਸਰਟਨ ਲਿਮਿਟ ਤੱਕ ਜਿਹੜਾ ਹੈ ਉਸ ਨੂੰ ਇਨਕਮ ਦੇ ਵਿੱਚੋਂ ਘਟਾ ਦਿੱਤਾ ਜਾਂਦਾ ਹੈ। ਮੰਨ ਲਓ ਕਿਸੇ ਦੀ 10 ਲੱਖ ਆਮਦਨ ਹੈ, ਉਸਨੇ 1 ਲੱਖ ਰੁਪਏ ਇਹਨਾਂ ਸਕੀਮ ਦੇ ਵਿੱਚ ਟੋਟਲ ਕਰ ਦਿੱਤਾ, ਉੱਥੇ ਲਗਾ ਦਿੱਤਾ। ਤਾਂ ਇਸ ਤੋਂ ਇਲਾਵਾ ਬੱਚਿਆਂ ਦੀ ਟਿਊਸ਼ਨ ਫੀਸ ਦੇ ਉੱਪਰ ਵੀ ਅੱਜ ਕੱਲ੍ਹ ਸਰਕਾਰ ਵੱਲੋਂ ਛੋਟ ਦਿੱਤੀ ਜਾਂਦੀ ਹੈ। ਕਿਸੇ ਰਿਕੋਗਨਾਈਜ਼ਡ ਅਦਾਰੇ ਨੂੰ ਕੋਈ ਟਿਊਸ਼ਨ ਫੀਸ ਸਾਲ ਦੇ ਵਿੱਚ ਭਰੀ ਆਪਣੇ 2 ਬੱਚਿਆਂ ਦੀ, ਉਹ ਵੀ ਇਹਦੇ ਵਿੱਚ ਆ ਜਾਂਦੀ ਹੈ। ਅੱਜ ਕੱਲ੍ਹ 1.5 ਲੱਖ ਰੁਪਏ ਤੱਕ ਦੀ ਛੋਟ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਦੀ 80C ਦੇ ਅੰਦਰ ਲਈ ਜਾ ਸਕਦੀ ਹੈ। ਮੈਂ ਪਹਿਲਾਂ ਗੱਲ ਕਰ ਰਿਹਾ ਸੀ, ਮੰਨ ਲਓ 10 ਲੱਖ ਆਮਦਨ ਹੈ, 1 ਲੱਖ ਰੁਪਇਆ ਉਹਨੇ 80C ਦੇ ਵਿੱਚ ਇਨਵੈਸਟ ਕੀਤਾ ਹੈ, ਤਾਂ ਉਸ ਦੀ 9 ਲੱਖ ਆਮਦਨ ਮੰਨੀ ਜਾਏਗੀ। ਉਸ ਨੂੰ ਜਿਹੜਾ ਟੈਕਸ ਹੈਗਾ 9 ਲੱਖ ਦੇ ਉੱਪਰ ਦੇਣਾ ਪਏਗਾ। 1 ਲੱਖ ਰੁਪਇਆ ਉਹਦਾ ਆਮਦਨ ਜਿਹੜੀ ਹੈ ਉਹਦੇ ਵਿੱਚੋਂ ਡਿਡਕਟ ਹੋ ਜਾਂਦੀ ਹੈ, ਉਹਨੂੰ ਰਿਬੇਟ ਮਿਲਦੀ ਹੈ ਉਸਦੀ। ਗਰੋਸ ਐਂਡ ਟੈਕਸੇਬਲ ਇਨਕਮ, ਗਰੋਸ ਇਨਕਮ ਹੈ ਜਿਹੜੀ ਟੋਟਲ ਸੈਲਰੀ ਮਿਲੀ, ਵੇਜਿਸ ਮਿਲੇ, ਸਾਰਾ ਟੋਟਲ ਕਰ ਲਿਆ, ਉਹ ਇੱਕ ਐਮਪਲਾਈ ਵੱਲੋਂ ਜਿਹੜਾ ਪ੍ਰਾਪਤ ਕੀਤਾ, ਦੈਟ ਇਜ਼ ਹੁਣ ਉਸਨੂੰ ਅਸੀਂ ਬੋਲਦੇ ਹਾਂ ਗਰੋਸ ਇਨਕਮ। ਟੈਕਸੇਬਲ ਇਨਕਮ ਜਿਹੜੀ ਹੈਗੀ ਹੈ, ਜਿਹੜਾ ਅਸੀਂ ਰਿਬੇਟਸ ਕੱਟ ਦਿੰਦੇ ਹਾਂ, ਡਿਡਕਸ਼ਨ ਕੱਟ ਦਿੰਦੇ ਹਾਂ, 80C ਵਾਲੀਆਂ ਕੱਟਤੀਆਂ, ਸਟੈਂਡਰਡ ਡਿਡਕਸ਼ਨ ਕੱਟਤੀ, ਹੋਰ ਵੀ ਕੋਈ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਸ ਦੇ ਉੱਪਰ ਛੋਟ ਮਿਲਣੀ ਜਾਂ ਇਸ ਦੇ ਉੱਪਰ ਟੈਕਸ ਨਹੀਂ ਲੱਗਣਾ, ਉਹ ਸਾਰੀ ਆਮਦਨ ਜਦੋਂ ਲੈਸ ਕਰ ਦਿੰਦੇ ਹਾਂ, ਦੈਟ ਇਜ਼ ਨੈਟ ਟੈਕਸੇਬਲ ਇਨਕਮ। ਉਹਦੇ ਉੱਪਰ ਫਿਰ ਅਸੀਂ ਜਿਹੜਾ ਹੈਗਾ ਟੈਕਸ ਕੈਲਕੂਲੇਟ ਕਰਕੇ ਸਰਕਾਰ ਨੂੰ ਜਮ੍ਹਾਂ ਕਰਾਉਣਾ ਹੁੰਦਾ ਹੈ। PAN, ਪੈਨ ਪਰਮਾਨੈਂਟ ਅਕਾਊਂਟ ਨੰਬਰ। ਪੈਨ ਨੰਬਰ ਅੱਜ ਕੱਲ੍ਹ ਕਾਫੀ ਫੇਮਸ ਡਾਕੂਮੈਂਟ ਹੈ, ਇੱਕ ਕਾਰਡ ਜਿਸ ਦੇ ਉੱਪਰ ਫੋਟੋ ਵੀ ਲੱਗੀ ਹੁੰਦੀ, ਇੱਕ ਨੰਬਰ ਹੁੰਦਾ, ਇੱਕ ਕਾਫੀ ਇੱਕ ਇੰਪੋਰਟੈਂਟ ਡਾਕੂਮੈਂਟ ਮੰਨਿਆ ਜਾਂਦਾ। ਇਹ ਇੱਕ ਯੂਨੀਕ ਨੰਬਰ ਹੈ ਜਿਹੜਾ ਕਿ ਹਰੇਕ ਉਸ ਇੰਡੀਵਿਜੂਅਲ ਨੇ ਜਾਂ ਔਰਗੇਨਾਈਜੇਸ਼ਨ ਨੇ ਲੈਣਾ ਹੈ ਜਿਸ ਨੂੰ ਇੱਕ ਸਰਟਨ ਲਿਮਿਟ ਤੋਂ ਉੱਪਰ ਦੀ ਆਮਦਨ ਹੈ।
ਜਿਸਨੂੰ ਇੱਕ ਪਰਟੀਕੂਲਰ ਇਨਕਮ ਹੈ ਉਸ ਲਈ ਜ਼ਰੂਰੀ ਹੈ ਕਿ ਉਸਨੇ ਪੈਨ ਨੰਬਰ ਉਸ ਨੂੰ ਲੈਣਾ ਜ਼ਰੂਰੀ ਹੈ। ਰਿਕੁਆਇਰਮੈਂਟ ਆਫ ਪੈਨ ਕਿਸ ਨੂੰ ਲੈਣਾ ਬਹੁਤ ਅਰਜੈਂਟ ਹੈ ਜਾਂ ਮਸਟ ਹੈ, ਜਿਹੜੀ ਕੰਪਲਸਰੀ ਹੈ ਪੈਨ ਲੈਣਾ? ਇਨਕਮ ਟੈਕਸ ਪੇਅਰ ਜਿਸ ਦੀ ਆਮਦਨ ਜੋ ਹੈ ਇਨਕਮ ਟੈਕਸ ਲਿਮਿਟ ਤੋਂ ਉੱਪਰ ਹੈ। ਇਹ ਬਿਜ਼ਨਸ ਔਰ ਪ੍ਰੋਫੈਸ਼ਨ ਹੂਜ਼ ਐਨੂਅਲ ਟਰਨ ਓਵਰ ਇਜ਼ ਮੋਰ ਦੈਨ 5 ਲੱਖ, ਜਿਸ ਦੀ ਕਿਸੇ ਬਿਜ਼ਨਸ ਦੇ ਵਿੱਚ 5 ਲੱਖ ਤੋਂ ਉੱਪਰ ਦੀ ਟਰਨ ਓਵਰ ਹੈ, ਉਸ ਨੂੰ ਵੀ ਜਿਹੜਾ ਹੈਗਾ ਪੈਨ ਲੈਣਾ ਜ਼ਰੂਰੀ ਹੈ। ਕੋਈ ਟਰਸਟ ਜੇਕਰ ਬਣਦਾ, ਕੋਈ ਇੰਪੋਰਟ ਕਰਦਾ ਚੀਜ਼ ਨੂੰ ਜਾਂ ਐਕਸਪੋਰਟ ਕਰਦਾ ਵਿਦੇਸ਼ਾਂ ਤੋਂ, ਉਸ ਨੂੰ ਵੀ ਜ਼ਰੂਰੀ ਹੈ। ਸੈਂਟਰਲ ਐਕਸਾਈਜ਼ ਦੇ ਵਿੱਚ ਕੋਈ SSC ਹੈ, ਇਹ ਸਾਰਿਆਂ ਨੂੰ ਪੈਨ ਜੋ ਨੰਬਰ ਹੈ ਇਹ ਲੈਣਾ ਮਸਟ ਹੈ, ਕੰਪਲਸਰੀ ਹੈ। ਚਾਹੇ ਉਸਨੇ ਟੈਕਸ ਭਰਨਾ ਹੈ ਚਾਹੇ ਨਹੀਂ ਭਰਨਾ, ਉਹ ਬਾਅਦ ਦੀ ਗੱਲ ਹੈ, ਪੈਨ ਨੰਬਰ ਉਸ ਦਾ ਕੰਪਲਸਰੀ ਹੈ। ਇਨਕਮ ਟੈਕਸ ਦੇ ਬਾਰੇ ਦੇ ਵਿੱਚ ਅੱਜ ਆਪਾਂ ਜੋ ਐਲੀਮੈਂਟਰੀ ਨੌਲੇਜ ਹੈ ਇਨਕਮ ਟੈਕਸ ਦੇ ਬਾਰੇ ਵਿੱਚ ਅੱਜ ਦੇ ਲੈਕਚਰ ਦੇ ਵਿੱਚ ਡਿਸਕਸ ਕੀਤਾ। ਨੈਕਸਟ ਲੈਕਚਰ ਦੇ ਵਿੱਚ ਆਪਾਂ ਸੇਲ ਟੈਕਸ, ਐਕਸਾਈਜ਼ ਡਿਊਟੀ, ਕਸਟਮ ਡਿਊਟੀ, GST, ਪ੍ਰੋਵੀਡੈਂਟ ਫੰਡ, ਇਹਨਾਂ ਟੌਪਿਕਸ ਦੇ ਬਾਰੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮੱਚ।